सेंटेंस नूं कम्यूट करके उन्होंने रिलीज़ का काम सरकार जल्द और तुरंत अपने वायदे तहत करूगी। थोड़े कोई सवाल जी इस मसले ਜਦੋਂ ਜਦੋਂ ਵੀ ਮਜੀਠੀਆ ਸਾਹਿਬ ਨਾਲ ਰਾਜਵਾੜਾ ਸਾਹਿਬ ਦੀ ਗੱਲ ਹੁੰਦੀ ਹੈ हाँ जी ਰਵਨੀਤ ਸਿੰਘ ਬਿੱਟੂ ਦਾ ਪ੍ਰਤੀਕਰਮ ਇੱਕਦਮ ਹੁੰਦਾ ਔਰ ਉਹ ਬੜੀ ਵਿਰੋਧਤਾ ਕਰਦੇ ਆ ਇਹਦੇ ਬਾਰੇ ਜਿਹੜਾ देखो ਜਿਹੜੇ कुछ एक इंसान इज़ नॉट द कॉन्स्टिट्यूशन संविधान सब तो उत्ते राजीव गांधी दे ਜਿਹੜਾ ਉਹ ਸੀਗੇ ਜਿਹੜੇ ਰਾਜੀਵ ਗਾਂਧੀ ਕੇਸ 'ਚ ਸਨ ਅਸੈਸੀਨੇਸ਼ਨ ਕੇਸ 'ਚ ਪੈਰੇਵਿਲਨ ਉਹਨਾਂ ਨੂੰ ਵੀ ਰਿਲੀਜ਼ ਕੀਤਾ ਗਿਆ 29 ਸਾਲ ਉਹਨਾਂ ਨੇ ਜੇਲ੍ਹ 'ਚ ਰਹੇ ਉਹਨਾਂ ਨੂੰ ਰਿਲੀਜ਼ ਕਰਤਾ ਗਿਆ। ਇਹ ਪੁਲਿਸ ਵਾਲੇ ਰਿਲੀਜ਼ ਹੋ ਗਏ ਬਛਰਾ ਸਾਹਿਬ ਵਰਗੇ ਤੇ ਹੋਰ ਕਈ ਜਿਨ੍ਹਾਂ ਤੇ ਇਹ ਤੋਂ ਵੀ ਸੰਗੀਨ ਆਰੋਪ ਸਨ। ਔਰ ਜੇ ਬਿਲਕਿਸ ਬਾਨੋ ਵਾਲੇ ਕੇਸ ਵਾਲੇ ਰਿਲੀਜ਼ ਹੋ ਗਏ ਤੇ ਭਾਈ ਜੀ ਨੇ ਉਹ ਹਾਲਾਤ ਹੀ ਜਦ ਕਾਂਗਰਸ ਨੇ ਇਹ ਜਿਹੇ ਬਣਾਤੇ ਸੀ ਜਦੋਂ ਸ੍ਰੀ ਹਰਮੰਦਰ ਸਾਹਿਬ ਜਿੱਥੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲੇ ਦੀ ਅਰਦਾਸ ਬੇਨਤੀ ਹੁੰਦੀ ਹੋਵੇ ਉੱਥੇ ਜਦ ਜਾ ਕੇ ਤੁਸੀਂ ਟੈਂਕਾਂ ਤੋਪਾਂ ਨਾਲ ਸ਼ਰੇਆਮ ਗੋਲੇ ਬਾਰੂਦ ਸਿੱਟਣ ਲੱਗ ਪਓਗੇ ਲੋਕਾਂ ਨੂੰ ਸ਼ਹੀਦ ਕਰਨ ਲੱਗ ਪਓਗੇ ਤੇ ਸੁਭਾਵਿਕ ਹੈ ਕਈਆਂ ਦੇ ਹਿਰਦੇ ਵਲੂੰਦੜੇ ਜਾਣਗੇ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ। ਦਿੱਲੀ 'ਚ ਕੀ ਕੁਛ ਹੋਇਆ 30-32 ਸਾਲ ਹੋ ਗਏ ਕੀ ਹੋਇਆ ਮਤਲਬ ਆ ਸੱਜਣ ਕੁਮਾਰ ਤੱਕ ਨੂੰ ਸਜ਼ਾ ਹੋਈ ਆ ਬਾਕੀਆਂ ਦਾ ਜਗਦੀਸ਼ ਟਾਈਟਲ ਰੂਈ ਉਤਨਾ ਹੀ ਤੁਰੇ ਫਿਰਦੇ ਇਹ ਜਿਹੇ ਹਾਲਾਤ ਬਣ ਗਏ ਸਨ। सो मैं तारी इन दी स्पेशल केस चिट्ठी आप सरकार लिख रही है स्पेशल केस स्पेशल रिमिशन और मैं आस करदा उम्मीद करदा कि हाँ पक्षी इस गल ते फैसला केंद्र दी सरकार लऊगी ते मैं समझदा पंजाबी गुरु नानक नाम लेवा ਜਿਹੜੇ एक तरीके नाल इन्हां केसां दा चाहुंदे आ कि इत्ते हमदर्दी नाल विचारिया जावे मलम लाउण दा काम कीता जावे और टू पुट दिस बिहाइंड अस ਉਹਦੇ ਵਾਸਤੇ बड़ा ਵੱਡਾ ਮੋਦੀ ਸਾਹਿਬ ਦਾ ਅਮਿਤ ਸ਼ਾਹ ਜੀ ਦਾ ਉਪਰਾਲਾ ਮੈਂ ਸਮਝੂੰਗਾ ਜੇ ਸਹੀ ਤਰੀਕੇ ਨਾਲ। ਸ਼ਿਕਾਵਤ ਜੀ ਆਈ ਸੀ ਉਹ ਕਹਿੰਦੇ ਸਾਡੇ ਕੋਲ ਕਦੇ ਤੱਕ ਕੋਈ ਲਿਸਟ ਹੀ ਨਹੀਂ ਆਈ ਹੈਗੀ ਬੰਦੀ ਸਿੱਖਾਂ ਦੀ ਇਹ ਪ੍ਰੋਬਲਮ ਹੈ ਕਿੱਥੇ ਹੈ ਕਿ ਕੇਂਦਰ ਸਰਕਾਰ ਦੀ ਪ੍ਰੋਬਲਮ ਆ ਜਾਂ ਕੋਰਟ ਦੀ ਪ੍ਰੋਬਲਮ ਆ ਜਾਂ ਜੇਲ੍ਹ ਵਾਲੇ ਨੂੰ ਰਿਹਾ ਕਰੇ ਜਾਂ ਆਮ ਆਦਮੀ ਪਾਰਟੀ ਇਹਦੇ ਵਿੱਚ ਲੋਕਾਂ ਨੂੰ ਤਦੇ ਮੈਂ ਤੁਹਾਨੂੰ ਸਪਸ਼ਟ ਕਰ ਰਿਹਾ ਕਿ ਇਹ ਮੇਰੀ ਚਿੱਠੀ ਨਹੀਂ ਹੈ। ਮੈਂ ਹੁਣ ਉਹ ਚਿੱਠੀ ਪੜ੍ਹ ਦਿੰਦਾ 11/10/19 ਦੀ ਚਿੱਠੀ ਹੈ। ਜੇ ਚਿੱਠੀ ਦਾ ਨੰਬਰ ਚਾਹੁੰਦੇ ਹੋ ਤੇ ਉਹ ਵੀ ਦੇ ਦੇਣਾ। ਚਿੱਠੀ ਦਾ ਨੰਬਰ ਹੈ 229010 ਔਰ ਇਹ ਚਿੱਠੀ ਦੇ ਜਿਹਨੇ ਸਾਈਨ ਕੀਤੀ ਹੈ ਅਰੁਣ ਸੋਪਤੀ ਜੀ ਨੇ ਡਿਪਟੀ ਸੈਕਟਰੀ ਸਾਹਿਬ। ਉਹ ਕੀ ਲਿਖਦੇ ਆ ਕਹਿੰਦਾ ਇਹ ਚਿੱਠੀ ਲਿਖੀ ਹੈ ਚੰਡੀਗੜ੍ਹ ਨੂੰ ਔਰ ਉਹਦੇ 'ਚ ਲਿਖਿਆ ਆਈ ਐਮ ਡਾਇਰੈਕਟਡ ਟੂ ਸੇ ਦੈਟ ਔਨ ਦ ਓਕੇਜ਼ਨ ਆਫ ਕਮਮੋਰੇਸ਼ਨ ਆਫ 550th birth anniversary of Guru Nanak Dev Ji, the government of India has decided that 8 Sikh prisoners may be granted special remission and death sentence of 1 Sikh prisoner may be commuted to life imprisonment. The details of these 9 Sikh prisoners are given at annexure. Annexure ਉਹ ਹੈ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ। ਗਜਿੰਦਰ ਸ਼ੇਖਾਵਤ ਜੀ ਨੇ ਸ਼ਾਇਦ ਇਹ ਚਿੱਠੀ ਵੇਖੀ ਨਹੀਂ ਸੀ और थोनू भी पता है कि मोदी साहब जद डेरा बाबा नानक साहब आए सी उत्थे इस गल का जिक्र उन्होंने आप कीता सी और ये सारी गल इहदे च अगला पैरा है इट हैज़ बीन डिसाइडेड 8 Sikh prisoners be given special remission under Article 161 of the Constitution and released from prison. The proposal of commutation of death sentence to life imprisonment of one prisoner is said to be processed under Article 72 of the Constitution of India. The state government / union territory administration concerned and Central State Division of Ministry of Home Affairs are requested to take all required action in this regard. I am also directed to convey the concurrence of the central government to state governments, union territories to the remission and release of 8 Sikh prisoners. Detailed mention in annexure for the cases where approval, concurrence, consultation with central government is required. स्पष्ट कह रहे हैं कि सारी ये देती और मैं उन्हों की चिट्ठी पढ़ रहा तरीक दसती नंबर दसते इसलिए शेखावत साहब को शायद कोई भुलेखा लग गया होना इसलिए मैं उन्होंने स्पष्ट कर रहा। मैं तो ये भी कहना कि शेखावत साहब अगे लग के साडी गल की वकालत करन
ਔਰ ਮੈਂ ਉਦਾਹਰਣ ਤੁਹਾਨੂੰ ਦੇ ਕੇ ਕਹਿ ਰਿਹਾ ਕਿ ਜੇ ਬਿਲਕਿਸ ਬਾਨੂ ਦੇ ਕੇਸ 'ਚ ਦੇਖੋ ਸੰਵਿਧਾਨ ਤਾਂ ਸਭ ਲਈ ਇੱਕ ਹੈ ਨਾ ਜੀ, ਉਹ ਰਿਗਰਸ ਇੰਪ੍ਰਿਜ਼ਨਮੈਂਟ ਸੀ, ਉਹ ਕਿੰਨਿਆਂ ਨੂੰ ਰੇਪ ਦਾ ਤੇ ਕਤਲ ਦਾ ਉਹਨਾਂ ਤੇ ਸੰਗੀਨ ਮਾਮਲੇ ਦਰਜ ਸੀ। ਔਰ ਜੇ ਉਹਨਾਂ 11 ਬੰਦਿਆਂ ਨੂੰ ਅਸੀਂ ਤਾਂ ਫੇਰ 8-10 ਦੀ ਗੱਲ ਕਰ ਰਹੇ, ਇੱਕ ਝਟਕੇ 'ਚ 11 ਛੱਡਤੇ, ਜਾਂ ਪੁਲਿਸ ਦੇ ਅਧਿਕਾਰੀ ਇੱਕ ਝਟਕੇ 'ਚ ਛੱਡਤੇ। ਤੇ ਭਾਈ ਪੁਲਿਸ ਵਾਸਤੇ ਜਾਂ ਰੇਪ ਅਕਿਊਜ਼ਡ ਵਾਸਤੇ ਜਾਂ ਕਿਸੇ ਵਾਸਤੇ ਕਾਨੂੰਨ ਵੱਖਰੇ ਤਾਂ ਨਹੀਂ, ਇੱਕੋ ਕਾਨੂੰਨ। ਮੈਂ ਤਦੇ ਕਹਿ ਰਿਹਾ ਇਹਦੇ ਨਾਲ ਮਾਈਨੋਰਟੀ ਕਮਿਊਨਿਟੀਜ਼ ਇਹਦਾ ਸਵਾਗਤ ਕਰਨਗੇ ਔਰ ਆਪਦੇ ਆਪ ਨੂੰ ਇਹ ਸਾਰੇ ਮਹਿਸੂਸ ਕਰਨਗੇ ਕਿ ਸੰਵਿਧਾਨ ਸਭ ਲਈ ਇੱਕ ਹੈ। ਜੇ ਦੋਗਲੇ ਮਾਪਦੰਡ ਹੋ ਗਏ ਤੇ ਕਿਤੇ ਨਾ ਕਿਤੇ ਇਹ ਨਾ ਹੋਵੇ ਤਾਂ ਮੈਂ ਆਸ ਕਰਦਾ ਕਿ ਮੋਦੀ ਸਾਹਿਬ ਤੇ ਸ਼ਾਹ ਸਾਹਿਬ ਜੋ ਚਿੱਠੀ ਉਹਨਾਂ ਦੇ ਮਹਿਕਮੇ ਚੋਂ ਨਿਕਲੀ ਹੈ ਉਹ ਤੇ ਪੈਰਾ ਜ਼ਰੂਰ ਦੇਣਗੇ। ਚਿੱਠੀ ਮੁਤਾਬਕ ਕਿੰਨੇ ਨੇ ਜੀ ਟੋਟਲ ਰਾਜਵਾਨਾ ਸਾਹਿਬ? ਰਾਜੋਆਣਾ ਸਾਹਿਬ ਦਾ ਤਾਂ ਸਪਸ਼ਟ ਲਿਖਿਆ ਹੀ ਹੈ ਜੀ, ਉਹ ਇਕੱਲੇ ਹੀ ਨੇ ਜਿਨ੍ਹਾਂ ਦਾ ਕੇਸ ਆਫ ਕਮਿਊਟੇਸ਼ਨ ਔਰ ਡੈਥ ਸੈਂਟੈਂਸ ਟੂ ਲਾਈਫ ਇੰਪ੍ਰਿਜ਼ਨਮੈਂਟ 9 ਲਿਖ ਕੇ ਆ। ਬਲਕਿ ਜੇ ਤੁਸੀਂ ਕਹੋ ਤੇ ਮੈਂ ਉਹਨਾਂ ਦੇ ਸਾਰੇ ਕੇਸ ਪੜ੍ਹ ਦੇਣਾ, ਉਹਨਾਂ ਨੇ ਸਾਰੀ ਕੁਝ ਲਿਖੀ ਹੈ ਡਿਟੇਲ ਨਾਲ, ਤੇ ਉਹਨਾਂ ਦਾ 9 ਫਾਦਰ ਨੇ ਮਲਕੀਤ ਸਿੰਘ, ਇਹ ਸਾਰਾ ਕੁਝ ਲਿਖਿਆ। ਔਰ 8 ਨੇ ਦੂਜੇ ਜਿਹ 'ਚ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਨੇ। ਔਰ ਮੈਂ ਉਮੀਦ ਕਰਦਾ ਕਿ ਕੇਜਰੀਵਾਲ ਸਾਹਿਬ ਵੀ ਦਵਿੰਦਰਪਾਲ ਭੁੱਲਰ ਜੀ ਦੀ ਇਮੀਡੀਏਟ ਰਿਲੀਜ਼ ਕਰਨਗੇ। ਤੁਸੀਂ ਇਹ ਵੀ ਵੇਖੋ ਨਾ ਕਿ ਆ ਕੇਜਰੀਵਾਲ ਸਾਹਿਬ ਦੀ ਉਹ ਮੈਂ ਦੇਖ ਰਿਹਾ ਸਾਂ ਕਿ ਕਿੰਨੀ ਵਾਰੀ ਇਹ ਮੀਟਿੰਗ ਹੋਈ ਹੈ ਮਗਰ ਉਹ ਉਹਨਾਂ ਦਾ ਫੈਸਲਾ ਨਹੀਂ ਕਰ ਰਹੇ। ਪਹਿਲਾਂ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਰਿਵਿਊ ਬੋਰਡ ਹੈ ਫਰਵਰੀ 28 2020 ਨੂੰ ਫੈਸਲਾ ਸੀ, ਫਿਰ ਇਹਨਾਂ ਨੂੰ ਦਸੰਬਰ 11 ਨੂੰ ਲੈ ਗਏ, ਹੁਣ ਮਾਰਚ 3 ਨੂੰ ਫੇਰ ਮੀਟਿੰਗ ਹੋਈ, ਫੇਰ ਡਿਫਰ ਕਰਤਾ। ਮੈਂ ਤਾਂ ਉਮੀਦ ਕਰਦਾ ਯਾਰ 30 32 ਸਾਲ ਜ਼ਿੰਦਗੀ ਦਾ ਲੰਮਾ ਹਿੱਸਾ ਉੱਥੇ ਕੱਢਤਾ। ਜੇਲ੍ਹ 'ਚ ਦੇਖੋ ਮੈਂ ਗਿਆ, ਰਾਜੋਆਣਾ ਸਾਹਿਬ ਦੇ ਜਿਹੜੇ ਮੁਲਾਜ਼ਮ ਭਰਤੀ ਹੋਏ ਸੀ ਉਹ ਵੀ ਆਪਦੀ ਨੌਕਰੀ ਕਰਕੇ ਉੱਥੋਂ ਰਿਟਾਇਰ ਹੋ ਗਏ, ਰਾਜੋਆਣਾ ਸਾਹਿਬ ਹਲੇ ਵੀ ਉੱਥੇ ਬੈਠੇ। ਭਾਈ ਇਨਸਾਨੀਅਤ ਕਿੱਥੇ ਤਾਂ ਜ਼ਰੂਰ ਆਵੇ। ਔਰ ਜਿਸ ਦਿਨ ਦਾ ਉਹਨਾਂ ਦੇ ਅੰਦਰ ਨੇ 95 ਤੋਂ ਬਾਅਦ ਦੱਸੋ ਉਹਨਾਂ ਨੇ ਕਿਹੜਾ ਕਾਨੂੰਨ ਤੋੜਿਆ, ਕਿਸ ਨੂੰ ਆਮ ਕੀਤਾ? ਗੁੱਡ ਕੰਡਕਟ ਰਿਹਾ ਅਗਲਿਆਂ ਦਾ। ਇਸ ਲਈ ਹਰ ਚੀਜ਼ ਨੂੰ ਤਰਸ ਦੇ ਆਧਾਰ ਤੇ, ਗੁੱਡ ਕੰਡਕਟ ਦੇ ਆਧਾਰ ਤੇ, ਹਿਊਮੈਨਿਟੀ ਦੇ ਆਧਾਰ ਤੇ, ਇਨਸਾਨੀਅਤ ਦੇ ਆਧਾਰ ਤੇ, ਹਮਦਰਦੀ ਦੇ ਆਧਾਰ ਤੇ ਮੈਂ ਤਾਂ ਆਸ ਕਰਦਾ, ਉਮੀਦ ਕਰਦਾ ਕਿ ਇਹ ਕੈਪੀਟਲ ਪਨਿਸ਼ਮੈਂਟ ਵਰਗੀ ਤਾਂ ਚੀਜ਼ ਹੀ ਦੇਸ਼ ਤੋਂ ਦੁਨੀਆ ਤੋਂ ਅਬੋਲਿਸ਼ ਹੁੰਦੀ ਜਾ ਰਹੀ ਹੈ। ਇਹ ਕਿਵੇਂ ਸਿਲੈਕਟਿਵ ਯੂਜ਼ 'ਚ ਨਾ ਰੱਖੀ ਜਾਵੇ। ਇੱਕ ਤੁਸੀਂ ਜ਼ਿਕਰ ਕੀਤਾ ਕਿ 1984 'ਚ ਦੌਰ ਹੀ ਉਹੋ ਜਿਹਾ ਬਣਿਆ ਸੀਗਾ ਤਾਂ ਬਹੁਤ ਸਾਰੇ ਲੋਕੀ ਉਸ ਰਾਹ ਤੇ ਚੱਲ ਪਏ ਸਨ। ਤਾਂ ਹੁਣ ਇੱਕ ਬੀਜੇਪੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ, ਵਾਰਿਸ ਪੰਜਾਬ ਦੇ ਜਿਹੜੇ ਜਥੇਬੰਦੀ ਦੇ ਮੁੱਖ ਸੇਵਾਦਾਰ ਹੈ ਅੰਮ੍ਰਿਤਪਾਲ, ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਵਿਦੇਸ਼ੀ ਏਜੰਸੀਆਂ ਦੇ ਨਾਲ ਰਲ ਚੁੱਕੇ ਨੇ, ਖਾਲਿਸਤਾਨ ਵਰਗਾ ਮਾਹੌਲ ਪੰਜਾਬ ਦੇ ਵਿੱਚ ਬਣਾ ਰਹੇ ਨੇ। ਗਰੇਵਾਲ ਹੋਰਾਂ ਦਾ ਇਲਜ਼ਾਮ ਹੈ। ਦੇਖੋ ਮੈਨੂੰ ਨਹੀਂ ਪਤਾ ਜੀ ਕੌਣ ਨੇ ਉਹ ਭਾਈ ਸਾਹਿਬ, ਉਹਨੂੰ ਜਦ ਦੇਖਾਂਗੇ ਤੇ ਫਿਰ ਕੋਈ ਜਵਾਬ ਦੇਵਾਂਗੇ। ਮੈਨੂੰ ਜਿਸ ਗੱਲ ਦਾ ਪਤਾ ਨਹੀਂ, ਆਈ ਕੈਨ ਨਾਟ ਕਮੈਂਟ ਔਨ ਦੈਟ। ਫੌਜਾ ਸਿੰਘ ਦਰਾੜੀ ਵਾਲੇ ਮਸਲੇ ਦੇ ਉੱਤੇ ਕੀ ਕਹਿਣਾ ਚਾਹੋਗੇ? ਨੋਟਿਸ ਤਾਂ ਦਿੱਤਾ ਪਰ ਹਲੇ ਤੱਕ ਕੋਈ ਕਾਰਵਾਈ ਡਿਸਮਿਸ ਹੋਣਾ ਚਾਹੀਦਾ ਜੀ। ਜੇ ਡਿਸਮਿਸ ਨਹੀਂ ਕਰ ਰਹੇ ਤੇ ਕੀ ਫਿਰ ਉਹ ਪੈਸੇ ਜਿਹੜੇ ਉਹ ਮੰਗ ਰਹੇ ਆ ਆਪ ਦੇ ਖਜ਼ਾਨੇ 'ਚ ਜਾ ਰਹੇ ਆ? ਦੇਖੋ ਜੇ ਉੱਤੇ ਕਾਰਵਾਈ ਨਹੀਂ ਹੁੰਦੀ, ਅੱਜ ਫੌਜਾ ਸਿੰਘ ਸਰਾਰੀ ਦੀ ਆਡੀਓ ਟੇਪ ਕਿਸੇ ਹੋਰ ਨੇ ਨਹੀਂ ਲੀਕ ਕੀਤੀ, ਉਹਨਾਂ ਦੇ ਆਪਣੇ ਬੰਦੇ ਨੇ ਕੀਤੀ, ਉਹ ਵੀ ਆਪ ਦਾ ਬੰਦਾ, ਆਪ ਦਾ ਸੀਨੀਅਰ ਫੰਕਸ਼ਨਰੀ ਹੈ। ਸ਼ਰੇਆਮ ਫਰੋਤੀ ਮੰਗ ਰਿਹਾ, ਸ਼ਰੇਆਮ ਦਿਨ ਦਿਹਾੜੇ ਕਿਵੇਂ ਸਰਕਾਰੀ ਖਜ਼ਾਨੇ ਦੀ ਜਿਹੜੇ ਗਰੀਬਾਂ ਲਈ ਆਟਾ ਜਾਣਾ ਸੀ ਉਹਦੀ ਲੁੱਟ ਤੋਂ ਪੈਸਾ ਕਮਾਉਣ ਦੀ ਗੱਲ ਕਰ ਰਹੇ ਆ। ਜੇ ਨੋ ਐਕਸ਼ਨ, ਸਿੰਗਲਾ ਸਾਹਿਬ ਦੀ ਵੀਡੀਓ ਆਡੀਓ ਕਿਸੇ ਨੇ ਸੁਣੀ ਜੀ? ਨਹੀਂ, ਤੇ ਉੱਤੇ ਤਾਂ ਐਕਸ਼ਨ ਹੋ ਗਿਆ, ਤੇ ਜਿਹੜੀ ਸਭ ਨੇ ਸੁਣ ਲਈ ਉੱਤੇ ਐਕਸ਼ਨ ਕੋਈ ਨਹੀਂ। ਤੇ ਤੁਸੀਂ ਆਪ ਹੀ ਸਮਝ ਲਓ ਆਪ ਦੇ ਮਾਪਦੰਡ ਕਿਹੋ ਜਿਹੇ ਆ, ਜਾਂ ਇਹ ਦੱਸ ਦੇਣ ਕਿ ਇਹਨੇ ਕਿਹਦੀ ਸੇਵਾ ਕਰਤੀ ਹੈ, ਕਿਹਨੂੰ ਧੂਫ ਪਕਾਤੀ ਆ ਜਾਂ ਭੇਟ ਚੜਾਤੇ। ਉਹ ਨੋਟ ਜਿਹੜਾ ਕੋਈ ਹੁਣ ਫੈਸਲਾ ਹੀ ਲੈਣ ਤੋਂ ਘਬਰਾਈ ਜਾਂਦੇ। ਚੰਨੀ ਸਾਬਕਾ ਮੁੱਖ ਮੰਤਰੀ ਵੱਲੋਂ ਕੈਨੇਡਾ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਕਿ ਮੈਂ ਕਾਂਗਰਸ ਦੇ ਨਿਗਾਹ ਤੇ PhD ਕਰ ਰਿਹਾ, ਥੀਸਿਸ ਕੰਪਲੀਟ ਹੋ ਚੁੱਕਿਆ, ਸਬਮਿਟ ਕਰਾਉਣ ਲਈ ਆਵਾਂਗਾ। ਉੱਤੇ ਲੋੜ ਹੀ ਨਹੀਂ ਜੀ, ਉਹ PhD ਉਹੀ ਨੇ। ਕਾਂਗਰਸ ਦਾ ਨਿਗਾਰ ਦਾ ਕਾਰਨ ਤਾਂ ਚੰਨੀ ਸਾਹਿਬ ਆਪ ਨੇ, ਇਹ 'ਚ PhD ਦੀ ਤਾਂ ਲੋੜ ਨਹੀਂ। ਔਰ ਮੈਂ ਪੜ੍ਹਿਆ ਸੀ ਕਿਤੇ ਅੱਖਾਂ ਦਾ
ਆਪਰੇਸ਼ਨ ਕਰਾ ਦੇ, ਤੀਜੀ ਅੱਖ ਖੋਲਣ ਦੀ ਲੋੜ ਹੈ ਜਿਹੜੀ ਖੋਲ ਨਹੀਂ ਰਹੀ ਉਹਨਾਂ ਦੀ। ਇੱਥੇ ਹਰ ਤਰੀਕੇ ਦਾ ਆਪਰੇਸ਼ਨ ਹੁੰਦਾ, ਅਸੀਂ ਕਰਾ ਦੇਾਂਗੇ। ਮਤਲਬ ਮੈਂ ਕਹਿੰਦਾ ਨਾਈਟ ਵਿਜ਼ਨ ਲਵਾ ਦੇਾਂਗੇ, ਮੁੜ ਤਾਂ ਆਓ ਭਾਈ, ਇਨਫਰਾਰੈਡ ਉਹਨਾਂ ਦੇ ਲਵਾ ਦਿਆਂ। ਉਹਨਾਂ ਤਾਂ ਉਹ ਕਹਿੰਦੇ ਮੈਨੂੰ ਸਭ ਪਤਾ ਸੀ, ਹੁਣ ਉਹਨਾਂ ਦੇਖਣ ਤੋਂ ਹਟ ਗਿਆ। ਪਤਾ ਨਹੀਂ ਕੀ ਚੱਕਰ ਹੁੰਦਾ ਜਦ ਬੰਦਾ ਸਰਕਾਰ ਤੋਂ ਲੱਥਦਾ। ਪਠਾਨਕੋਟ ਤੇ ਔਰਤ ਨੇ ਬੱਚੀ ਨੂੰ ਸਿਵਿਕ ਸਟੋਰ ਤੇ ਜਨਮ ਦੇਣਾ ਭਰਤੀ ਨਹੀਂ ਕਰਵਾਇਆ ਗਿਆ, ਅੰਮ੍ਰਿਤਸਰ ਰੈਫਰ ਕਰ। ਯਾਰ ਦੇਖੋ, ਅੱਜ ਦਾ ਮੁੱਦਾ ਨਾ ਮੇਰੇ ਲਈ ਸਿਰ ਤੇ ਸਿਰ ਬੰਦੀ ਸਿੰਘਾਂ ਨੂੰ ਸਮਰਪਿਤ ਹੈ। ਜੋ ਹੈਲਥ ਦੇ ਹਾਲਾਤ ਨੇ, ਐਜੂਕੇਸ਼ਨ ਦੇ ਹਾਲਾਤ ਨੇ, ਇਹਨਾਂ ਸਾਰੇ ਹਾਲਾਤਾਂ ਦੇ ਬਾਰੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ। ਇਹ ਸਵਾਦ ਕਿਸੇ ਵੱਖਰੇ ਦਿਨ ਲੈ ਲਿਓ, ਮਗਰ ਇਹ ਦੁਖਦਾਈ ਗੱਲ ਹੈ ਜੋ ਹੋ ਰਿਹਾ। ਇਹ ਜੋ ਪੇਸ਼ੈਂਟਸ ਦੇ ਹਾਲਾਤ ਬਣ ਰਹੇ ਆ, ਦੈਟ ਇਜ਼ ਦੀ ਰਿਐਲਿਟੀ, ਨਾਟ ਕਿ ਵਿਧਾਨ ਸਭਾ 'ਚ ਕੀ ਕਹਿ ਰਹੇ ਆ। ਵੇਖੋ, ਵਿਧਾਨ ਸਭਾ 'ਚ ਕਰੋੜਾਂ ਰੁਪਈਆ ਖਰਚ ਹੋ ਰਿਹਾ ਹੈ ਸੈਸ਼ਨ ਬੁਲਾਉਣ ਲਈ। ਕੀ ਪੰਜਾਬ ਦੇ ਮੁੱਦੇ ਡਿਸਕਸ ਹੋ ਰਹੇ ਆ? ਕੇਜਰੀਵਾਲ ਸਾਹਿਬ ਦੀ ਪੋਲਿਟਿਕਸ ਕੀਤੀ ਜਾ ਰਹੀ ਹੈ। ਮੈਂ ਤਾਂ ਅੱਜ ਇਹ ਵੀ ਡਿਮਾਂਡ ਕਰਦਾ ਹਾਂ ਕਿ ਆ ਜਿਹੜਾ ਕਰੋੜ ਰੁਪਈਏ ਦਾ ਖਰਚ ਹੈ, ਇਹ ਪੰਜਾਬ ਦੇ ਲੋਕ ਇਹਦਾ ਬੋਝ ਕਿਉਂ ਚੱਕਣ? ਇਹ ਪੰਜਾਬ ਦੀ ਲੋਕਾਂ ਦੀ ਜੇਬ 'ਚੋਂ ਕਿਉਂ ਜਾਵੇ? ਇਹਦਾ ਖਰਚਾ ਆਪ ਦੀ ਅਕਾਊਂਟ 'ਚੋਂ ਆਉਣਾ ਚਾਹੀਦਾ, ਕਿਉਂਕਿ ਇਹ ਪੋਲਿਟਿਕਸ ਕੇਵਲ ਹੋ ਰਹੀ ਹੈ ਕਿ ਆਪ ਕੇਜਰੀਵਾਲ ਇਜ਼ ਦੀ ਓਨਲੀ ਆਲਟਰਨੇਟਿਵ ਟੂ ਬੀਜੇਪੀ ਐਂਡ ਮਿਸਟਰ ਮੋਦੀ। ਸਿਆਸਤ ਤਾਂ ਇੱਥੇ ਹੀ ਹੋ ਰਹੀ ਹੈ। ਖਰੀਦੋ ਫਰੋਖਤੀ ਤਾਂ ਅੱਜ ਤੱਕ ਕੋਈ ਤੁਹਾਡੇ ਸਾਹਮਣੇ ਆਈ ਜੀ ਗੱਲ? ਔਰ ਲਾਅ ਐਂਡ ਆਰਡਰ ਦੇ ਜਾਂ ਪੁਲਿਸ ਦੀ ਇਨਕੰਪੀਟੈਂਸ ਦੇ ਹਾਲ ਵੇਖ ਲਓ। ਹਰਪਾਲ ਚੀਮਾ ਜਾ ਕੇ ਐਪਲੀਕੇਸ਼ਨ ਦੇ ਰਿਹਾ ਟੂ ਨਨ ਅਦਰ ਦੈਨ ਦ ਡੀਜੀਪੀ, ਔਰ 14/9 ਦੀ ਦਿੱਤੀ ਹੋਈ ਹੈ। ਅੱਜ 29 ਹੋ ਗਈ, ਸੌਰੀ 29/9 ਹੋ ਗਈ, ਰਿਜ਼ਲਟ 0। ਤੇ ਫਿਰ ਸਧਾਰਨ ਬੰਦਾ ਜਦ ਥਾਣੇ ਜਾਊਗਾ ਉਹਦੀ ਕਿੰਨੀ ਕੁ ਸੁਣਵਾਈ ਹੋਣੀ ਹੈ ਤੁਸੀਂ ਆਪ ਲਾ ਲਓ। ਇਹ ਤੋਂ ਅੰਦਾਜ਼ਾ, ਇਹ ਤੋਂ ਇਨਕੰਪੀਟੈਂਟ ਸਰਕਾਰ, ਇਹ ਤੋਂ ਫੇਲ ਸਰਕਾਰ ਕੋਈ ਹੋ ਸਕਦੀ ਹੈ? ਕੱਲ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਰੰਗ ਦੇ ਦਸਤਾਰ ਬੰਨੇ ਨਾਲ ਕੋਈ ਭਗਤ ਸਿੰਘ ਜੀ ਨਹੀਂ ਬਣ ਜਾਣਾ। ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਫੁੱਲ ਪੇਜ ਇਸ਼ਤਿਹਾਰ ਦੇ ਕੇ ਥੱਲੇ ਇਸ ਤਰ੍ਹਾਂ ਹੱਥ ਜੋੜ ਕੇ ਭਗਵੰਤ ਮਾਨ ਬੋਲੇ ਮੇਰਾ ਕਾਮ ਬੋਲਦਾ ਹੈ, ਮਸਲਾ ਹੱਲ ਨਹੀਂ ਹੋ ਜਾਣਾ। ਉਹ ਜਿਹੜੀ ਸਿੱਪੀ ਸ਼ਰਮਾ ਪੀਟੀਆਈ ਦੀ ਜਿਹੜੀ ਅਧਿਆਪਕ ਆ, ਉਹ ਉਸ ਟੈਂਕੀ ਤੇ ਚੜੀ ਸੀ, ਉਹ ਅਸਲੀਅਤ ਬਿਆਨ ਕਰਦੀ ਸੀ। ਜਿਹਨੂੰ ਮੂੰਹ ਬੋਲੀ ਭੈਣ ਬਣੀ ਸੀ ਉਹ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ, ਜਿਹਨੂੰ ਇਹ ਕਿਹਾ ਗਿਆ ਸੀਗਾ ਕਿ ਜਦੋਂ ਸਾਡੀ ਸਰਕਾਰ ਆਊ ਸੇ ਸਾਡੇ ਅਧਿਆਪਕ ਸਵੀਡਨ, ਡੈਨਮਾਰਕ, ਕੈਨੇਡਾ, ਅਮਰੀਕਾ ਜਾਣਗੇ, ਬੱਚਿਆਂ ਨੂੰ ਪੜ੍ਹਾਉਣਗੇ, ਇਹਨਾਂ ਨੂੰ ਟੈਂਕੀਆਂ ਤੇ ਨਹੀਂ ਜਾਣਾ ਪੈਣਾ। ਦੈਟ ਇਜ਼ ਦ ਟਰੂ ਸਟੋਰੀ। ਜਾਂ ਜਿਹੜੇ ਇੰਪਰੈਟਿਸ ਲਾਈਨਮੈਨ ਵਾਲੇ ਚੜੇ ਬੈਠੇ ਆ ਟਾਵਰ ਤੇ, ਦੈਟ ਇਜ਼ ਦ ਟਰੂ ਸਟੋਰੀ। ਔਰ ਇਹਨਾਂ ਦੀ ਤਾਂ ਡਿਸਕਸ਼ਨ ਕੋਈ ਨਹੀਂ। ਕਿਸਾਨ ਖੁਦਕੁਸ਼ੀ ਦੇ ਮੁੱਦੇ ਤੇ ਡਿਸਕਸ਼ਨ ਕੋਈ ਨਹੀਂ, ਲੰਪੀ ਸਕਿਨ ਤੇ ਡਿਸਕਸ਼ਨ ਕੋਈ ਨਹੀਂ, ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ ਉਹਦੀ ਡਿਸਕਸ਼ਨ ਕੋਈ ਨਹੀਂ, ਮੁਲਾਜ਼ਮਾਂ ਦੇ ਮੁੱਦੇ ਦੀ ਡਿਸਕਸ਼ਨ ਕੋਈ ਨਹੀਂ। ਕੇਵਲ ਤੇ ਕੇਵਲ ਕੇਜਰੀਵਾਲ ਨੂੰ ਭਾਜਪਾ ਦਾ ਆਲਟਰਨੇਟਿਵ ਕਿਵੇਂ ਪੇਸ਼ ਕਰਨਾ ਉਹਦੇ ਲਈ ਵਿਧਾਨ ਸਭਾ ਵਰਤੀ ਜਾ ਰਹੀ ਹੈ। ਇਸ ਲਈ ਇਹਦਾ ਖਰਚਾ ਵੀ ਆਪ ਸੁਪਰੀਮੋ ਕੇਜਰੀਵਾਲ ਸਾਹਿਬ, ਭਗਵੰਤ ਮਾਨ ਸਾਹਿਬ ਆਪਣੀ ਜੇਬ ਚੋਂ ਦੇਣ। ਮਜੀਠੀਆ ਸਾਹਿਬ, ਇਹ ਸਵਾਲ ਮੇਰੇ ਸਾਥੀ ਦਾ ਇਸ ਕਰਕੇ ਸੀ ਕਿ ਗੱਲ ਇਹ ਸੀ ਕਿ ਸਾਡੇ ਗ੍ਰੰਥਾਂ ਦੇ ਵਿੱਚ ਸਾਡਾ ਇਤਿਹਾਸ ਕਹਿੰਦਾ ਕਿ ਔਰਤ ਦਾ ਸਨਮਾਨ ਹੋਣਾ ਚਾਹੀਦਾ, ਜੋ ਕੱਲ੍ਹ ਦੇ ਹਾਲਾਤ ਬਿਲਕੁਲ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੇ ਜੀ। ਬੱਚਾ ਫਰਸ਼ ਤੇ ਪਿਆ ਹੈਗਾ, ਔਰਤ ਲਿਟਰੀ ਜਾਂ ਕੋਈ ਚੱਕਰਾਂ ਦੇ ਹਾਲੇ ਤੱਕ ਹਸਪਤਾਲ ਪ੍ਰਸ਼ਾਸਨ ਤੇ ਇੱਕ ਕਾਰਵਾਈ ਨਹੀਂ ਹੋਈ। ਇਹ ਜਿਹੜਾ ਹੈਲਥ ਮਿਨਿਸਟਰ ਹੈ ਜੋੜਾ ਮਾਜਰਾ ਸਾਹਿਬ, ਜਿਹੜਾ ਮੈਨੂੰ ਲੱਗਦਾ ਸ਼ਾਇਦ 12ਵੀਂ ਪਾਸ ਨੇ, ਜੋ ਮੈਂ ਤੁਹਾਡੇ ਅਖਬਾਰਾਂ ਰਾਹੀਂ ਪੜ੍ਹੇ, ਉਹ ਤਾਂ ਇੱਕ ਐਜੂਕੇਟਿਡ ਡਾਕਟਰ ਰਾਜ ਬਹਾਦਰ ਜੀ ਨੂੰ ਜਿਸ ਤਰ੍ਹਾਂ 80 ਸਾਲ ਦੇ ਬੰਦੇ ਨੂੰ ਜਲੀਲ ਕਰ ਰਿਹਾ, ਉਸ ਦੀ ਦੇਖ ਰੇਖ ਹੇਠ ਸਾਡੀ ਧੀਆਂ ਭੈਣਾਂ ਦੇ ਨਾਲ ਇਹੀ ਬਦਸਲੂਕੀ ਹੋਊਗੀ। ਇਸ ਗੱਲ ਦਾ ਅਫਸੋਸ ਹੈ। ਔਰ ਉਸ ਧੀ ਨੂੰ, ਉਸ ਭੈਣ ਨੂੰ, ਸਾਡੀ ਨੂੰ, ਮਾਂ ਨੂੰ ਫੁੱਲ ਹੈਲਥ ਸਰਵਿਸਿਜ਼ ਮਿਲਣੀ ਚਾਹੀਦੀ ਜੋ ਇਹ ਪ੍ਰੋਮਿਸ ਕਰਦੇ ਆ। ਮਹੱਲਾ ਕਲੀਨਿਕ ਇਜ਼ ਅ ਡਰਾਮਾ, ਇਟ ਇਜ਼ ਅ PR ਐਕਸਰਸਾਈਜ਼। ਇਹ ਅਸਲ ਸੇਵਾ ਨਹੀਂ ਹੈ। ਔਰ ਅਸਲੀਅਤ ਜੋ ਰਾਜ ਬਹਾਦਰ ਜੀ ਨਾਲ ਹੋਇਆ, ਇਸ ਲਈ ਉਹ ਧੀ ਭੈਣ ਦੇ ਨਾਲ ਜੋ ਹੋਇਆ ਉਹਦੀ ਐਕਸ਼ਨ ਹੋਣਾ ਚਾਹੀਦਾ ਜੀ। ਜਿਹੜੇ ਰਿਸਪੌਂਸਿਬਲ ਲੋਕ ਨੇ ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ। ਮਿਨਿਸਟਰ ਸ਼ੁੱਡ ਰਿਜ਼ਾਈਨ ਫॉर ਹਿਸ ਫੇਲਿਅਰਸ। ਥੈਂਕ ਯੂ।
ਜਦੋਂ